ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਣ ਵਣ ਵਿੱਚ ਵਣਾਸਪਤ, ਰਹਿ ਉਜਾੜ ਅੰਦਰ ਅਵਸਾਰੀ। ਚੁਣ ਚੁਣ ਆਂਜਨ ਬੂਟੀਆਂ, ਪਤਸਾਹੀ ਬਾਗ ਲਾਏ ਸਵਾਰੀ। ਸਿੰਜ ਸਿੰਜ ਬਿਰਖ ਵਡੀਰੀਅਨ, ਸਾਰ ਸੰਭਾਲ ਕਰਨ ਵਿਚਾਰੀ। ਹੋਨ ਸਫਲ ਰੁੱਤ ਆਈਐ, ਅੰਮ੍ਰਿਤ ਫਲ ਅੰਮ੍ਰਿਤ ਰਸ ਭਾਰੀ। ਬਿਰਖਹੁ ਸਾਉ ਨ ਆਵਈ, ਫਲ ਵਿੱਚ ਸਾਉ ਸੁਗੰਧ ਸੰਜਾਰੀ। ਪੂਰਨ ਬ੍ਰਹਮ ਜਗਤਰ ਵਿੱਚ, ਗੁਰਮੁਖ ਸਾਧ ਸੰਗਤ ਨਿਰੰਕਾਰੀ। ਗੁਰਮੁਖ ਸੁਖ ਫਲ ਅਪਰ ਅਪਾਰੀ। ਗੁਰਮੁਖ ਸੁਖ ਫਲ ਅਪਰ ਅਪਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਚਿੱਤ ਬਿਰਤੀਆਂ ਨੂੰ ਜੋੜੀਏ। 7ਵੀਂ ਵਾਰ ਦੀ 17ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਸਮਝਾਉਂਦੇ ਹੈ, ਇੱਕ ਬ੍ਰਹਮ ਪਰਮਾਤਮਾ ਉਹ ਸਾਰੀਆਂ ਥਾਵਾਂ ਦੇ ਵਿੱਚ ਪਰਿਪੂਰਨ ਹੈ, ਪਰ ਸਾਧ ਸੰਗਤ ਦੇ ਵਿੱਚ ਗੁਰਮੁਖਾਂ ਦੀ ਸੰਗਤ ਜਦੋਂ ਅਸੀਂ ਕਰਦੇ ਹਾਂ ਤਾਂ ਫਿਰ ਉਹਦਾ ਰਸ ਤੇ ਉਹਦਾ ਸਵਾਦ ਜਗਿਆਸੂ ਨੂੰ ਪ੍ਰਾਪਤ ਹੁੰਦਾ ਹੈ। ਇਸ ਪੌੜੀ ਦੇ ਵਿੱਚ ਰੁੱਖਾਂ ਦੀ ਉਦਾਹਰਣ ਦਿੱਤੀ ਹੈ। ਛੋਟੇ ਜਿਹੜੇ ਬੂਟੇ ਹੁੰਦੇ ਹੈ ਉਹਨਾਂ ਦੀ ਉਦਾਹਰਣ ਦਿੱਤੀ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਰਵਣ ਕਰੀਏ। ਵਾਹਿਗੁਰੂ ਸਾਹਿਬ ਜੀ। ਵਣ ਵਣ ਵਿੱਚ ਵਣਾਸਪਤ, ਰਹਿ ਉਜਾੜ ਅੰਦਰ ਅਵਸਾਰੀ। ਵਣ ਵਣ ਦਾ ਅਰਥ ਹੈ ਜੰਗਲ, ਜੰਗਲ ਵਿੱਚ, ਉਜਾੜ ਵਿੱਚ, ਜੰਗਲ, ਜੰਗਲ ਦੇ ਵਿੱਚ ਜਿਹੜੀ ਬਨਸਪਤੀ ਹੈ ਉਹ ਕਈ ਤਰ੍ਹਾਂ ਦੀ ਹੁੰਦੀ ਹੈ, ਅਤੇ ਉਹ ਬਨਸਪਤੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੀ ਹੁੰਦੀ ਹੈ ਉਹ ਕਈ ਇਹੋ ਜਿਹੀ ਬਨਸਪਤੀ ਹੁੰਦੀ ਹੈ ਜਿਹੜੀ ਬੇਮਲੂਮ ਹੈ। ਹਰੇਕ ਬੰਦੇ ਨੂੰ ਜਿਸ ਦਾ ਗਿਆਨ ਨਹੀਂ ਹੁੰਦਾ, ਹਰ ਬੰਦਾ ਜਿਹਦੇ ਬਾਰੇ ਜਾਣਦਾ ਨਹੀਂ ਹੁੰਦਾ। ਉਜਾੜ ਦੇ ਵਿੱਚ, ਜੰਗਲਾਂ ਦੇ ਵਿੱਚ ਕਈ ਤਰ੍ਹਾਂ ਦੇ ਫਲਾਂ ਦੇ ਰੁੱਖ ਹਨ। ਕਈ ਉੱਥੇ ਫੁੱਲ ਇਹੋ ਜਿਹੇ ਖਿੜੇ ਹੋਏ ਹੈ ਜਿਹਦੇ ਬਾਰੇ ਬੰਦੇ ਨੂੰ ਕੋਈ ਗਿਆਨ ਨਹੀਂ।
ਪਰ ਜਿਹੜਾ ਮਾਲੀ ਹੁੰਦਾ ਨਾ, ਉਹ ਜੰਗਲ ਵਿੱਚ ਉਜਾੜ ਵਿੱਚ ਜਾ ਕੇ ਪਰਖ ਕਰ ਲੈਂਦਾ ਹੈ। ਆਹ ਫਲਦਾਰ ਰੁੱਖ ਹੈ, ਇਹ ਸੋਹਣੇ ਫੁੱਲਾਂ ਨੂੰ ਖਿੜਾਉਣ ਵਾਲਾ ਰੁੱਖ ਹੈ। ਸੋ ਜੰਗਲ ਦੇ ਵਿੱਚ, ਉਜਾੜ ਦੇ ਵਿੱਚ ਬਨਸਪਤੀ ਉੱਥੇ ਬਹੁਤ ਸਾਰੀ ਇਹੋ ਜਿਹੀ ਹੈ ਜਿਹਦੇ ਬਾਰੇ ਸਾਨੂੰ ਪਤਾ ਨਹੀਂ, ਬੇਮਾਲੂਮ ਹੈ। ਸੋ ਬਹੁਤ ਸਾਰੀ ਬਨਸਪਤੀ ਉੱਥੇ ਹੁੰਦੀ ਹੈ। ਚੁਣ ਚੁਣ ਆਂਜਨ ਬੂਟੀਆਂ, ਪਤਸਾਹੀ ਬਾਗ ਲਾਏ ਸਵਾਰੀ। ਜਿਹੜੇ ਮਾਲੀ ਲੋਕ ਹੁੰਦੇ ਹੈ ਨਾ, ਮਾਲੀ ਬਾਗਵਾਨ, ਉਹ ਲੋਕ ਜੰਗਲ ਵਿੱਚ, ਉਜਾੜ ਦੇ ਵਿੱਚ ਜਾਂਦੇ ਹੈ ਅਤੇ ਉੱਥੋਂ ਚੁਣ ਚੁਣ ਕੇ ਬੂਟੀਆਂ ਲਿਆਉਂਦੇ ਹੈ ਅਤੇ ਲਿਆ ਕੇ ਫਿਰ ਪਾਤਸ਼ਾਹੀ ਬਗੀਚਿਆਂ ਦੇ ਵਿੱਚ ਲਾ ਕਰਕੇ ਚੰਗੀ ਤਰ੍ਹਾਂ ਸੰਵਾਰਦੇ ਹੈ। ਕਈ ਉਹ ਫੁੱਲਾਂ ਦੇ ਬੂਟੇ ਲੈ ਕੇ ਆਉਂਦੇ ਹੈ, ਫੁੱਲਾਂ ਦੀ ਬਗੀਚੀ ਵਿੱਚ ਲਾਉਂਦੇ ਹੈ। ਕਈ ਫਲਦਾਰ ਬੂਟੇ, ਰੁੱਖ ਜਿਹੜੇ ਹੁੰਦੇ ਹੈ, ਉਹ ਲੈ ਕੇ ਆਉਂਦੇ ਹੈ। ਜਿਹੜਾ ਰਾਜਾ ਹੁੰਦਾ ਨਾ, ਉਹਦਾ ਖਾਸ ਬਗੀਚਾ, ਉਸ ਪਾਤਸ਼ਾਹੀ ਬਾਗ ਦੇ ਵਿੱਚ ਉਹ ਲਿਆ ਕੇ ਬੂਟੇ ਬੂਟੀਆਂ ਲਾ ਦਿੰਦੇ ਹੈ। ਚੰਗੀ ਤਰ੍ਹਾਂ ਫਿਰ ਉਹਨਾਂ ਦੀ ਦੇਖ ਰੇਖ ਕਰਦੇ ਹੈ, ਸੰਵਾਰਦੇ ਹੈ। ਸਿੰਜ ਸਿੰਜ ਬਿਰਖ ਵਡੀਰੀਆਂ, ਸਾਰ ਸੰਭਾਲ ਕਰਨ ਵਿਚਾਰੀ। ਪਾਤਸ਼ਾਹੀ ਬਾਗ ਦੇ ਵਿੱਚ ਜਦੋਂ ਉਹ ਉਹਨਾਂ ਬੂਟਿਆਂ ਨੂੰ ਲਾ ਦਿੰਦੇ ਹੈ, ਸਿੰਜ ਸਿੰਜ ਬਿਰਖ ਵਡੀਰੀਆਂ, ਫਿਰ ਉਹਨਾਂ ਨੂੰ ਪਾਣੀ ਦੇ ਦੇ ਕੇ, ਜਿੰਨੀ ਕੁ ਲੋੜ ਹੁੰਦੀ ਹੈ ਪਾਣੀ ਦੀ, ਉਹਨਾਂ ਪਾਣੀ ਦਿੰਦੇ ਹੈ। ਸਿੰਜ ਸਿੰਜ ਕੇ ਪਾਣੀ ਲਾ ਲਾ ਕੇ ਉਹ ਜਿਹੜੇ ਬਿਰਖ ਰੁੱਖ ਹੁੰਦੇ ਹੈ ਨਾ ਫਲਦਾਰ, ਉਹ ਫਿਰ ਵੱਡੇ ਹੁੰਦੇ ਹੈ। ਸਾਰ ਸੰਭਾਲ ਕਰਨ ਵਿਚਾਰੀ, ਉਹ ਮਾਲੀ ਜਿਹੜੇ ਵਿਚਾਰਵਾਨ ਲੋਕ ਹੈ, ਜਿਨ੍ਹਾਂ ਨੂੰ ਰੁੱਖਾਂ ਦਾ, ਬਾਗਾਂ ਦਾ ਗਿਆਨ ਹੈ, ਉਹ ਫਿਰ ਉਹ ਲਾਏ ਹੋਏ ਬੂਟਿਆਂ ਨੂੰ ਚੰਗੀ ਤਰ੍ਹਾਂ ਸਾਰ ਸੰਭਾਲ, ਉਹਨਾਂ ਦੀ ਸਾਰ ਸੰਭਾਲ, ਦੇਖ ਰੇਖ ਕਰਦੇ ਹੈ। ਸਮੇਂ ਅਨੁਸਾਰ ਪਾਣੀ ਦਿੰਦੇ ਹੈ। ਕੋਈ ਦੇਖਦੇ ਇਹਨਾਂ ਨੂੰ ਕੋਈ ਰੋਗ ਤਾਂ ਨਹੀਂ ਲੱਗਾ ਹੋਇਆ, ਇਹਨਾਂ ਦੀ ਜੜ੍ਹਾਂ ਦੇ ਵਿੱਚ ਕਿਤੇ ਸਿਉਂਕ ਤਾਂ ਨਹੀਂ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਉਹ ਚੰਗੀ ਤਰ੍ਹਾਂ ਵੇਖਦੇ ਹੈ, ਚੰਗੀ ਤਰ੍ਹਾਂ ਉਹਨਾਂ ਰੁੱਖਾਂ ਦੀ ਸਾਰ ਸੰਭਾਲ ਕਰਦੇ ਹੈ। ਹੋਣ ਸਫਲ ਰੁੱਤ ਆਈ ਹੈ, ਅੰਮ੍ਰਿਤ ਫਲ ਅੰਮ੍ਰਿਤ ਰਸ ਭਾਰੀ। ਇੱਥੇ ਪਾਠ ਹੋਣ ਹੈ, ਹੋਏ ਨਹੀਂ। ਹੋਣ ਸਫਲ ਰੁੱਤ ਆਈ ਹੈ। ਅਤੇ ਜਦੋਂ ਰੁੱਤ ਆਉਂਦੀ ਹੈ ਨਾ, ਉਹ ਜਿਹੜੇ ਬਾਗਾਂ ਦੇ ਵਿੱਚ ਬੂਟੇ ਲਾਏ ਸੀ, ਵੱਡੇ ਰੁੱਖ ਬਣੇ, ਫਲ ਦੇਣ ਦੇ ਕਾਬਲ ਹੋਏ ਹੈ। ਹੁਣ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਰੁੱਤ ਆਉਂਦੀ ਹੈ, ਉਦੋਂ ਉਹ ਸਹਿਤ ਫਲ ਦੇ ਹੋ ਜਾਂਦੇ ਹੈ। ਹੋਣ ਸਫਲ, ਸਫਲ ਦਾ ਅਰਥ ਹੈ ਸਹਿਤ ਫਲ ਦੇ। ਰੁੱਤ ਆਉਣ ਤੋਂ ਉਹਨਾਂ ਨੂੰ ਫਿਰ ਫਲ ਲੱਗਦੇ ਹੈ, ਫੁੱਲ ਲੱਗਦੇ ਹੈ, ਫੁੱਲਾਂ ਤੋਂ ਅੱਗੇ ਫਲ ਬਣ ਜਾਂਦੇ ਹੈ, ਰਸ ਭਰਦਾ ਹੈ। ਅੰਮ੍ਰਿਤ ਫਲ ਅੰਮ੍ਰਿਤ ਰਸ ਭਾਰੀ, ਅਤੇ ਉਹ ਜਿਹੜੇ ਫਲ ਨੇ ਉਹਨਾਂ ਦੇ ਵਿੱਚ ਰਸ ਭਰਦਾ ਹੈ। ਅੰਮ੍ਰਿਤ ਰਸਾਂ ਵਾਲੇ ਉਹ ਭਾਰੀ ਫਲ, ਉਹ ਜਿਹੜੇ ਰੁੱਖ ਨੇ ਉਹ ਫਿਰ ਦਿੰਦੇ ਹੈ। ਬਿਰਖ ਹੋ ਸਾਉ ਨ ਆਵਈ, ਫਲ ਵਿੱਚ ਸਾਉ ਸੁਗੰਧ ਸੰਜਾਰੀ। ਜਿਹੜਾ ਰੁੱਖ ਹੁੰਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਉਸ ਰੁੱਖ ਤੋਂ ਸਵਾਦ ਪ੍ਰਤੀਤ ਨਹੀਂ ਹੁੰਦਾ ਬੰਦੇ ਨੂੰ, ਪਰ ਜਦੋਂ ਉਸੇ ਹੀ ਰੁੱਖ ਨੂੰ ਲੱਗਾ ਹੋਇਆ ਫਲ, ਉਹ ਫਲ ਨੂੰ ਚੱਖਦਾ ਹੈ, ਖਾਂਦਾ ਹੈ, ਤਾਂ ਉਹਨੂੰ ਸਵਾਦ ਆਉਂਦਾ ਹੈ। ਸੋ ਹੈ ਤਾਂ ਉਹ ਉਸੇ ਦਾ ਹੀ ਇੱਕ ਹਿੱਸਾ। ਸਾਰਾ ਜੇ ਰੁੱਖ ਨਾ ਹੋਵੇ ਤੇ ਫੁੱਲ ਤੇ ਫਲ ਕਿੱਥੋਂ ਆਉਣੇ ਹੈ? ਉਸ ਰੁੱਖ ਨੂੰ ਲੱਗੇ ਹੋਏ ਜਿਹੜੇ ਫਲ ਹਨ, ਉਹਨਾਂ ਦੇ ਵਿੱਚ ਸਵਾਦ ਵੀ ਹੁੰਦਾ ਹੈ ਅਤੇ ਸੁਗੰਧ, ਉਹਨਾਂ ਦੇ ਵਿੱਚ ਸੁਗੰਧੀ ਵੀ, ਸੰਜਾਰੀ ਦਾ ਅਰਥ ਹੁੰਦਾ ਮਿਲੀ ਹੋਈ, ਸੁਗੰਧੀ ਵੀ ਮਿਲੀ ਹੋਈ ਹੈ, ਰਸ ਵੀ ਮਿਲਿਆ ਹੋਇਆ ਹੈ, ਸਵਾਦ ਵੀ ਹੈ ਉਹਨਾਂ ਦੇ ਵਿੱਚ। ਪਰ ਰੁੱਖ ਦੇ ਵਿੱਚੋਂ ਉਹ ਸਵਾਦ ਨਹੀਂ ਆਉਂਦਾ।
ਹਰੇਕ ਰੁੱਖ ਦੀ ਤਾਸੀਰ ਵੱਖਰੀ ਹੈ, ਉਹ ਗੱਲ ਵੱਖਰੀ ਹੈ। ਉਹਦੇ ਪੱਤੇ ਤੁਸੀਂ ਮੂੰਹ ਵਿੱਚ ਪਾਓਗੇ, ਕਈਆਂ ਤੋਂ ਕੌੜਾ ਸਵਾਦ ਆਵੇਗਾ, ਕਈਆਂ ਤੋਂ ਕਸੈਲਾ ਜਿਹਾ, ਪਰ ਜਿਹੜਾ ਰਸ ਸਵਾਦ ਫਲ ਦੇ ਵਿੱਚ ਹੈ ਉਹ ਰੁੱਖ ਦੇ ਵਿੱਚ ਨਹੀਂ ਹੁੰਦਾ। ਪੂਰਨ ਬ੍ਰਹਮ ਜਗਤਰ ਵਿੱਚ ਗੁਰਮੁਖ ਸਾਧ ਸੰਗਤ ਨਿਰੰਕਾਰੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਜਿਹੜਾ ਬ੍ਰਹਮ ਹੈ ਨਾ, ਪਰਮਾਤਮਾ, ਉਹ ਪਰਿਪੂਰਨ ਹੈ। ਪਰ ਗੁਰਮੁਖ ਲੋਕ ਜਿਹੜੇ ਹੈ, ਗੁਰਮੁਖਾਂ ਦੀ ਜਿਹੜੀ ਸੰਗਤ ਹੈ, ਸਾਧ ਸੰਗਤ, ਉਹਦੇ ਵਿੱਚੋਂ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਬ੍ਰਹਮ ਪਰਿਪੂਰਨ ਤਾਂ ਸਾਰੇ ਥਾਂ 'ਤੇ ਹੈ, ਪਰ ਸਾਧ ਸੰਗਤ ਦੇ ਵਿੱਚੋਂ, ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਨਿਰੰਕਾਰ ਬ੍ਰਹਮ ਦੀ ਪ੍ਰਾਪਤੀ ਹੋ ਸਕਦੀ ਹੈ। ਜਿਵੇਂ ਰੁੱਖ ਤਾਂ ਸਾਰਾ ਉਹਦੇ ਪੱਤੇ ਵੀ ਆ, ਟਾਹਣੀਆਂ ਵੀ, ਤਨਾਂ ਉਹਦੀਆਂ ਜੜ੍ਹਾਂ, ਪਰ ਰਸ ਕਿਹਦੇ ਵਿੱਚ ਹੈ? ਫਲ ਦੇ ਵਿੱਚ। ਲੋਕ ਤਾਂ ਬਹੁਤ ਨੇ ਇੱਥੇ, ਪਰ ਗੁਰਮੁਖ ਲੋਕ ਜਿਹੜੇ ਨੇ ਉਹ ਫਲ ਹਨ। ਉਹਨਾਂ ਦੀ ਸੰਗਤ ਕੀਤਿਆਂ ਸਾਨੂੰ ਜੀਵਨ ਵਿੱਚ ਰਸ ਪ੍ਰਾਪਤ ਹੋਵੇਗਾ, ਪਰਮਾਤਮਾ ਦੇ ਨਾਮ ਦਾ ਰਸ। ਉਹਦੀਆਂ ਵਡਿਆਈਆਂ ਗੁਰਮੁਖ ਕਰਦੇ ਹੈ। ਸੋ ਲੋਕ ਤਾਂ ਬਹੁਤ ਨੇ ਸੰਸਾਰ ਦੇ ਵਿੱਚ, ਅਤੇ ਪਰਮਾਤਮਾ ਬ੍ਰਹਮ ਵਸਦਾ ਵੀ ਸਾਰੀਆਂ ਥਾਵਾਂ ਦੇ ਵਿੱਚ ਹੈ, ਪਰ ਜਿਹੜਾ ਰਸ ਗੁਰਮੁਖਾਂ ਤੋਂ ਪ੍ਰਾਪਤ ਹੁੰਦਾ ਹੈ ਉਹ ਹੋਰਾਂ ਤੋਂ ਨਹੀਂ। ਜਿਹੜਾ ਰਸ ਸਾਨੂੰ ਫਲ ਖਾ ਕੇ ਮਿਲਣਾ ਹੈ ਉਹ ਰੁੱਖ ਦੇ ਪੱਤੇ, ਰੁੱਖ ਦੀਆਂ ਟਾਹਣੀਆਂ, ਰੁੱਖ ਦੇ ਤਣੇ ਅਤੇ ਰੁੱਖ ਦੇ ਜੜ੍ਹਾਂ ਦੇ ਵਿੱਚੋਂ ਨਹੀਂ ਮਿਲ ਸਕਦਾ। ਇਸ ਗੱਲ ਨੂੰ ਭਾਈ ਗੁਰਦਾਸ ਨੇ ਸਮਝਾਇਆ ਹੈ। ਤਾਂ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਭਲੇ ਪੁਰਸ਼ ਅਤੇ ਗੁਰਮੁਖਾਂ ਦੀ ਸੰਗਤ ਕਰਨ ਦਾ ਉਪਦੇਸ਼ ਦਿੰਦੀ ਹੈ ਕਿ ਗੁਰਮੁਖ ਜਿਹੜੇ ਨੇ ਉਹ ਫਲ ਦੀ ਨਿਆਈ ਹਨ। ਉੱਥੋਂ ਤੈਨੂੰ ਰਸ ਮਿਲੇਗਾ, ਤੈਨੂੰ ਜੀਵਨ ਜਿਉਣ ਦੀ ਯੁਕਤੀ ਪ੍ਰਾਪਤ ਹੋਵੇਗੀ, ਔਰ ਤੈਨੂੰ ਨਿਰੰਕਾਰੀ ਨਾਮ ਦਾ ਰਸ ਅਤੇ ਸਵਾਦ ਮਿਲੇਗਾ। ਇੱਕ ਅੱਧ ਨਾਏ ਰਸੀਅੜਾ, ਕੋਈ ਇੱਕ ਅੱਧਾ ਹੁੰਦਾ ਪਰਮਾਤਮਾ ਦੇ ਨਾਮ ਦਾ ਰਸ ਲੈਣ ਵਾਲਾ। ਗੁਰਮੁਖ ਸੁਖ ਫਲ ਅਪਰ ਅਪਾਰੀ। ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਅਪਰ ਅਪਾਰ ਹੈ, ਜਿਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ, ਜਿਹਦੀ ਕੋਈ ਹੱਦ ਨਹੀਂ ਹੈ, ਉਰਲਾ ਪਰਲਾ ਕਿਨਾਰਾ ਕੋਈ ਨਹੀਂ ਹੈ। ਸੋ ਸਦਾ ਹੀ ਗੁਰਮੁਖ ਸੁਖ ਫਲ ਨੂੰ ਪ੍ਰਾਪਤ ਕਰਦੇ ਹੈ। ਨਿਰਗੁਣ ਵਾਹਿਗੁਰੂ ਜਿਹੜਾ ਨਾ, ਇਉਂ ਕਹਿ ਲਓ ਕਿ ਜਿਹੜਾ ਪਰਮਾਤਮਾ ਹੈ ਉਹ ਇੱਕ ਰੁੱਖ ਹੈ, ਅਤੇ ਜਿਹੜੇ ਗੁਰਮੁਖ ਨੇ ਉਹ ਫਲ ਲੱਗੇ ਹੋਏ ਹੈ। ਜੋਤ ਤਾਂ ਸਾਰਿਆਂ ਦੇ ਵਿੱਚ ਹੈ ਪਰਮਾਤਮਾ ਦੀ, ਪਰ ਗੁਰਮੁਖ ਵਾਹਿਗੁਰੂ ਰੂਪੀ ਰੁੱਖ ਨੂੰ ਫਲ ਲੱਗੇ ਹੋਏ ਹੈ। ਅਤੇ ਹਰ ਬੰਦਾ ਪੱਤੇ ਅਤੇ ਟਾਹਣੀਆਂ ਨੂੰ ਪ੍ਰਾਪਤ ਨਹੀਂ ਕਰਨਾ ਚਾਹੁੰਦਾ, ਫਲ ਪ੍ਰਾਪਤ ਕਰਨਾ ਚਾਹੁੰਦਾ। ਇਸੇ ਤਰ੍ਹਾਂ ਜਗਿਆਸੂ ਜਿਹੜੇ ਹੈ ਉਹ ਗੁਰਮੁਖਾਂ ਦੀ ਸੰਗਤ ਕਰਦੇ ਹੈ, ਉਹਨਾਂ ਦੀ ਸੰਗਤ ਕਰਨੀ ਚਾਹੁੰਦੇ ਹੈ। ਹੁਣ ਇਸ ਤੋਂ ਅਗਲੀ 18ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਪਰਮਾਤਮਾ ਦੀ ਮਹਿਮਾ ਕਰਦੇ ਹੈ, ਔਰ ਉਹਦੀ ਇਹ ਜਿਹੜੀ ਕੁਦਰਤ ਹੈ ਜਿਹਦਾ ਵਿਸਥਾਰ ਬਹੁਤ ਵੱਡਾ ਹੈ, ਉਹਦਾ ਜ਼ਿਕਰ ਕਰ ਰਹੇ ਹਨ। ਅੰਬਰ ਨਦਰੀ ਆਮੰਦਾ, ਕੇਵਡ ਵੱਡਾ ਕੋਏ ਨ ਜਾਣੈ। ਅੰਬਰ ਦਾ ਅਰਥ ਆਕਾਸ਼। ਭਾਈ ਸਾਹਿਬ ਜੀ ਕਹਿੰਦੇ ਇਹ ਜਿਹੜਾ ਆਕਾਸ਼ ਸਾਰਿਆਂ ਨੂੰ ਆਪਾਂ ਨੂੰ ਨਜ਼ਰ ਆਉਂਦਾ ਹੈ, ਕੇਵਡ ਵੱਡਾ, ਇਹ ਕਿੱਡਾ ਕੁ ਵੱਡਾ ਹੈ, ਕੋਈ ਨਾ ਜਾਣੈ, ਇਹਦੇ ਬਾਰੇ ਕੋਈ ਨਹੀਂ ਜਾਣ ਸਕਦਾ, ਕੋਈ ਨਹੀਂ ਜਾਣ ਸਕਦਾ ਇਹ ਕਿੱਡਾ ਕੁ ਵੱਡਾ ਹੈ। ਉੱਚਾ ਕੇਵਡ ਆਖੀਐ, ਸੁਨ ਸਰੂਪ ਨ ਆਖ ਵਖਾਣੈ। ਫਿਰ ਇਸ ਆਕਾਸ਼ ਨੂੰ ਕਿੱਡਾ ਕੁ ਉੱਚਾ ਆਖੀਏ, ਨਾ ਇਹਦੀ ਉਚਾਈ ਦੱਸੀ ਜਾ ਸਕਦੀ ਹੈ, ਨਾ ਇਹਦੀ ਲੰਬਾਈ ਚੌੜਾਈ ਦੱਸੀ ਜਾ ਸਕਦੀ। ਆਕਾਸ਼ ਕੀ, ਆ ਜਿਹੜਾ ਖਾਲੀ ਥਾਂ ਹੈ, ਸਪੇਸ, ਇਹ ਆਕਾਸ਼ ਹੈ। ਭਾਈ ਸਾਹਿਬ ਜੀ ਕਹਿੰਦੇ ਇਹ ਕਿੱਡਾ ਕੁ ਵੱਡਾ ਹੈ, ਕਿੱਡਾ ਕੁ ਉੱਚਾ ਇਸ ਨੂੰ ਆਖੀਏ। ਸੁਨ ਸਰੂਪ ਨਾ ਆਖ ਵਖਾਣੇ, ਇਹ ਹੈ ਹੀ ਸੁਨ ਸਰੂਪ। ਇਸ ਨੂੰ ਕੌਣ ਕਹਿ ਸਕਦਾ ਹੈ?
ਨਾ ਕੋਈ ਇਹਦੇ ਬਾਰੇ ਦੱਸ ਸਕਦਾ, ਨਾ ਦੱਸਿਆ ਜਾ ਸਕਦਾ ਹੈ। ਲੈਨ ਉਡਾਰੀ ਪੰਖਣੂ, ਅਨਲ ਮਨਲ ਉੱਡ ਖਬਰ ਨਾ ਆਣੇ। ਜਿਹੜੇ ਪੰਛੀ ਹੈ ਪੰਖਣੂ, ਉਹ ਆਕਾਸ਼ ਦੇ ਵਿੱਚ ਉਡਾਰੀ ਲਾਉਂਦੇ ਹੈ। ਕਿੰਨਾ ਕੁ ਉਹ ਆਕਾਸ਼ ਦੇ ਵਿੱਚ ਉੱਡ ਲੈਣਗੇ? ਜੇ ਕਹੀਏ ਵੀ ਪੰਛੀ ਆਕਾਸ਼ ਦੇ ਵਿੱਚ ਉਡਾਰੀ ਲਾ ਕੇ ਇਹਦਾ ਅੰਤ ਪਾ ਲੈਣ ਤਾਂ ਨਹੀਂ। ਅੱਜ ਕੱਲ੍ਹ ਬੰਦਾ ਜਹਾਜ਼ 'ਤੇ ਬੈਠਾ ਜਾਂਦਾ ਹੈ, ਹਵਾ ਵਿੱਚ ਉੱਡਦਾ ਹੈ, ਕਿੰਨੇ ਉੱਚੇ ਉੱਡਦੇ ਹੈ। ਪੰਛੀਆਂ ਤੋਂ ਕਿਤੇ ਉੱਚੇ ਜਹਾਜ਼ ਉੱਡਦੇ ਹੈ, ਪਰ ਇਸ ਆਕਾਸ਼ ਦਾ ਅੰਤ ਨਹੀਂ। ਕਿਹੜੇ ਪਾਸੇ ਜਾਣਗੇ? ਖੁੱਲ੍ਹਾ ਹੀ ਹੈ ਸਾਰਾ ਕੁਝ, ਪਰ ਉਹ ਵੀ ਆਪਣੇ ਕੇਂਦਰ ਨਾਲ ਜੁੜੇ ਹੋਏ ਹੈ। ਜੇ ਕਿਤੇ ਸੰਪਰਕ ਉਹਨਾਂ ਦਾ ਟੁੱਟ ਜਾਂਦਾ ਹੈ, ਏਡਾ ਵੱਡਾ ਹੈ, ਆਕਾਸ਼ 'ਚ ਗੁੰਮ ਹੋ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਵੀ ਜਾਣਾ ਕਿੱਧਰ ਨੂੰ ਹੈ। ਦਿਸ਼ਾ ਭਰਮ ਪੈ ਜਾਂਦਾ ਹੈ। ਕਿੰਨੀ ਉਚਾਈ 'ਤੇ ਜਾ ਰਹੇ ਹਾਂ, ਕੁਛ ਨਹੀਂ ਪਤਾ ਲੱਗਦਾ। ਆਕਾਸ਼ ਜਿਹੜਾ ਉਹ ਏਡਾ ਵੱਡਾ ਹੈ, ਭਾਈ ਗੁਰਦਾਸ ਜੀ ਕਹਿੰਦੇ ਨਹੀਂ ਦੱਸਿਆ ਜਾ ਸਕਦਾ। ਪੰਛੀ ਉਡਾਰੀਆਂ ਲੈਂਦੇ ਐ। ਅਨਲ ਮਨਲ ਉੱਡ ਖਬਰ ਨਾ ਆਣੇ। ਅਨਲ ਮਨਲ ਇਹ ਇੱਕ ਪੰਛੀ ਹੈ, ਇੱਕ ਕਾਲਪਨਿਕ ਪੰਛੀ ਮੰਨਿਆ ਹੈ। ਔਰ ਇਹਦੇ ਬਾਰੇ ਇੱਕ ਦੰਦ ਕਥਾ ਹੈ। ਕਹਿੰਦੇ ਆਕਾਸ਼ ਦੇ ਵਿੱਚ ਹੀ ਉੱਡਦਾ ਰਹਿੰਦਾ ਹੈ। ਉੱਡਦਿਆਂ ਉੱਡਦਿਆਂ ਕਹਿੰਦੇ ਇਹ ਆਂਡਾ ਦਿੰਦਾ ਹੈ, ਧਰਤੀ 'ਤੇ ਆਉਂਦਿਆਂ ਤੱਕ ਉਸ ਆਂਡੇ 'ਚੋਂ ਬੱਚਾ ਨਿਕਲ ਕੇ ਫਿਰ ਉੱਡ ਪੈਂਦਾ ਹੈ, ਉਹ ਉੱਡਦਾ ਰਹਿੰਦਾ। ਜ਼ਮੀਨ 'ਤੇ ਨਹੀਂ ਕਦੀ ਆਉਂਦਾ ਇਹ ਪੰਛੀ। ਇਹ ਕਾਲਪਨਿਕ ਹੈ, ਗੱਲ ਸਮਝਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਅਨਲ ਮਨਲ ਪੰਛੀ ਹੈ ਨਾ, ਕਾਲਪਨਿਕ ਪੰਛੀ, ਉੱਡ ਖਬਰ ਨਾ ਆਣੇ। ਉਹ ਵੀ ਆਕਾਸ਼ ਦੇ ਵਿੱਚ ਉੱਡਦਾ ਹੋਇਆ ਇਹਦੀ ਖਬਰ ਨਹੀਂ ਲਿਆ ਸਕਦਾ। ਉਹ ਵੀ ਨਹੀਂ ਦੱਸ ਸਕਦਾ ਵੀ ਇਹ ਆਕਾਸ਼ ਜਿਹੜਾ ਹੈ ਇਹ ਕਿੱਡਾ ਕੁ ਵੱਡਾ ਹੈ। ਉਹ ਵੀ ਇਹਦਾ ਅੰਤ ਨਹੀਂ ਜਾਣ ਸਕਦਾ। ਓੜਕ ਮੂਲ ਨ ਲੱਭਈ, ਸਭੇ ਹੋਏ ਫਿਰਨ ਹੈਰਾਣੇ। ਆਕਾਸ਼ ਦਾ ਅੰਤ ਬਿਲਕੁਲ ਨਹੀਂ ਲੱਭਿਆ। ਮੂਲ ਦਾ ਅਰਥ ਮੂਲੋਂ ਹੀ, ਉੱਕਾ ਹੀ। ਓੜਕ ਮੂਲ ਨਾ ਲੱਭਈ, ਇਸ ਆਕਾਸ਼ ਦਾ ਅੰਤ ਮੂਲੋਂ ਹੀ ਨਹੀਂ ਲੱਭਦਾ। ਸਭੇ ਹੋਏ ਫਿਰਨ ਹੈਰਾਣੇ, ਸਾਰੇ ਲੋਕ ਹੈਰਾਨ ਹੋਏ ਫਿਰਦੇ ਹੈ। ਇਹ ਐਡਾ ਵੱਡਾ ਹੈ, ਜਿੱਧਰ ਨੂੰ ਜਾਓ ਇਹ ਮੁੱਕਦਾ ਹੀ ਨਹੀਂ ਹੈ। ਉਤਾਂ ਨੂੰ ਚਲੇ ਜਾਵੋ ਤਾਂ ਨਹੀਂ ਇਸ ਨੇ ਮੁੱਕਣਾ। ਕਿਸੇ ਪਾਸੇ ਨੂੰ ਨਿਕਲ ਜਾਓ, ਧਰਤੀ ਤੋਂ ਬੰਦਾ ਦੂਰ ਚਲੇ ਜਾਏ, ਆਕਾਸ਼ ਨਹੀਂ ਮੁੱਕਣਾ। ਸੋ ਸਾਰੇ ਹੀ ਹੈਰਾਨ ਹੋਏ ਫਿਰਦੇ ਹੈ। ਲੱਖ ਅਗਾਸ ਨ ਅਪੜਨ, ਕੁਦਰਤ ਕਾਦਰ ਨੂੰ ਕੁਰਬਾਣੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਾਦਰ ਦੀ ਇਹ ਜਿਹੜੀ ਕੁਦਰਤ ਹੈ ਨਾ, ਇਹ ਰਚਨਾ, ਕਾਦਰ ਦੀ ਰਚਨਾ ਤੋਂ ਕੁਰਬਾਨ ਜਾਈਏ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਮਹਾਰਾਜ ਕਹਿੰਦੇ ਹੈ ਉਹ ਕੁਦਰਤ ਵਿੱਚ ਵਸਦਾ, ਪਰ ਜਦੋਂ ਉਹਦੀ ਸਾਜੀ ਕੁਦਰਤ ਦਾ ਅੰਤ ਨਹੀਂ ਤੇ ਉਹਦਾ ਅੰਤ ਕਿਵੇਂ ਪਾਇਆ ਜਾਵੇਗਾ? ਪਰਮਾਤਮਾ ਦਾ। ਇਸ ਪੌੜੀ ਦੇ ਵਿੱਚ ਇੱਕ ਆਕਾਸ਼ ਦੀ ਗੱਲ ਕਰ ਰਹੇ ਭਾਈ ਗੁਰਦਾਸ ਜੀ। ਭਾਈ ਸਾਹਿਬ ਜੀ ਕਹਿੰਦੇ ਇੱਕ ਆਕਾਸ਼ ਦਾ ਅੰਤ ਨਹੀਂ, ਤੇ ਵੇਖੋ ਲੱਖ ਆਗਾਸ ਨਾ ਅਪੜਨ, ਕੁਦਰਤ ਕਾਦਰ ਨੂੰ ਕੁਰਬਾਣੇ। ਜਿਹੜੇ ਲੱਖਾਂ ਆਕਾਸ਼ ਨੇ ਉਹ ਪਰਮਾਤਮਾ ਨੂੰ ਨਹੀਂ ਪਹੁੰਚ ਸਕਦੇ। ਮਤਲਬ ਇਹ ਹੈ ਇੱਕ ਆਕਾਸ਼ ਨਹੀਂ ਸਾਜਿਆ ਪਰਮਾਤਮਾ ਨੇ। ਕਿਤੇ ਇੱਕ ਬ੍ਰਹਿਮੰਡ ਥੋੜ੍ਹੀ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹਨੇ ਕਰੋੜਾਂ ਬ੍ਰਹਿਮੰਡ ਸਾਜੇ ਹੈ, ਤੇ ਐਸ ਬ੍ਰਹਿਮੰਡ ਦਾ ਆਕਾਸ਼ ਇਹ ਇੱਕ ਹੈ, ਤੇ ਇਹ ਇੱਕ ਆਕਾਸ਼ ਦਾ ਅੰਤ ਨਹੀਂ, ਤੇ ਲੱਖਾਂ ਆਕਾਸ਼ ਪਰਮਾਤਮਾ ਦੇ ਬਰਾਬਰ ਨਹੀਂ ਪਹੁੰਚ ਸਕਦੇ। ਮਤਲਬ ਇੱਕ ਦਾ ਅੰਤ ਨਹੀਂ ਪਾਇਆ ਗਿਆ ਤੇ ਲੱਖਾਂ ਆਕਾਸ਼ਾਂ ਦਾ ਬੰਦਾ ਕਿਵੇਂ ਅੰਤ ਪਾ ਲਵੇਗਾ? ਤੇ ਜਿਹਨੇ ਇਹ ਲੱਖਾਂ ਸਾਜੇ ਹੈ ਉਹ ਕਿੱਡਾ ਕੁ ਵੱਡਾ, ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ ਪਰਮਾਤਮਾ ਦਾ? ਸੋ ਉਹਦਾ ਅੰਤ ਜਿਹੜਾ ਨਾ ਬਿਲਕੁਲ ਨਹੀਂ ਪਾਇਆ ਜਾ ਸਕਦਾ। ਕਾਦਰ ਦੀ ਕੁਦਰਤ ਦਾ ਹੀ ਅੰਤ ਨਹੀਂ, ਤੇ ਕਾਦਰ ਕਰਤੇ ਦਾ ਅੰਤ ਕੌਣ ਪਾ ਸਕਦਾ? ਕੋਈ ਨਹੀਂ ਪਾ ਸਕਦਾ।
ਇਸ ਲਈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਦੇ ਤੋਂ ਕੁਰਬਾਨ ਜਾਈਏ, ਉਹਦੇ ਤੋਂ ਬਲਿਹਾਰ ਜਾਈਏ, ਵਾਰਨੇ ਬਲਿਹਾਰਨੇ ਪਰਮੇਸ਼ਰ ਤੋਂ ਸਦਾ ਹੀ ਜਾਈਏ। ਪਾਰ ਬ੍ਰਹਮ ਸਤਿਗੁਰ ਪੁਰਖ, ਸਾਧ ਸੰਗਤ ਵਾਸਾ ਨਿਰਬਾਣੈ। ਪਾਰ ਬ੍ਰਹਮ ਪਰਮਾਤਮਾ ਸਤਿਗੁਰੂ ਪੁਰਖ ਸਾਧ ਸੰਗਤ ਦੇ ਵਿੱਚ ਸਦਾ ਹੀ ਵਸਦੇ ਹੈ। ਨਿਰਬਾਣੇ ਇੱਕ ਰਸ, ਗੁਰ ਪਰਮੇਸ਼ਰ ਦਾ ਸਾਧ ਸੰਗਤ ਦੇ ਵਿੱਚ ਸਦਾ ਹੀ ਵਾਸਾ ਹੈ। ਗੁਰੂ ਪਰਮਾਤਮਾ ਦਾ ਕੋਈ ਅੰਤ ਨਹੀਂ, ਨਾ ਕੋਈ ਅੱਜ ਤੱਕ ਅੰਤ ਪਾ ਸਕਿਆ ਤੇ ਨਾ ਕੋਈ ਪਾ ਸਕਦਾ ਹੈ। ਬਸ ਇੱਕ ਰਸ ਗੁਰੂ ਪਰਮਾਤਮਾ ਸਾਧ ਸੰਗਤ ਵਿੱਚ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਮੁਰਦਾ ਹੋਏ ਮੁਰੀਦ ਸਿਆਣੈ। ਜਿਹੜਾ ਮੁਰੀਦ ਮੁਰਦੇ ਦੇ ਤੁੱਲ ਹੋ ਜਾਂਦਾ ਹੈ, ਮੁਰੀਦ ਦਾ ਅਰਥ ਚੇਲਾ, ਸਿੱਖ, ਜਿਹੜਾ ਆਪਣੇ ਆਪ ਨੂੰ ਮੁਰਦੇ ਵਾਂਗ ਬਣਾ ਲੈਂਦਾ ਹੈ। ਮੁਰਦੇ ਦੇ ਵਿੱਚ ਕੋਈ ਹੰਕਾਰ ਨਹੀਂ ਹੁੰਦਾ, ਮੁਰਦੇ ਦੇ ਸਰੀਰ ਦਾ ਕੋਈ ਅੰਗ ਨਹੀਂ ਹਿੱਲਦਾ। ਸੰਕਲਪ ਵਿਕਲਪ ਰੂਪ ਅੰਗ ਜਿਸ ਦੇ ਨਾ ਹਿੱਲਦੇ ਹੋਣ, ਮੁਰਦੇ ਵਾਂਗ ਜਿਹੜਾ ਨਿਰਹੰਕਾਰ ਹੋ ਜਾਂਦਾ ਹੈ, ਸਿਆਣੇ, ਉਹ ਅਲੱਖ ਪਰਮਾਤਮਾ ਨੂੰ ਉਹਨੂੰ ਜਾਣ ਲੈਂਦਾ ਹੈ। ਉਹਦੇ ਬਾਰੇ ਉਸ ਮੁਰੀਦ ਨੂੰ ਸੋਝੀ ਆ ਜਾਂਦੀ ਹੈ। ਸੋ ਭਾਈ ਗੁਰਦਾਸ ਜੀ ਨੇ ਸਾਨੂੰ ਇਸ ਪੌੜੀ ਦੇ ਵਿੱਚ ਸਮਝਾਇਆ ਹੈ। ਅਤੇ ਜਿਹੜਾ ਆਕਾਸ਼ ਸਾਰੇ ਪਾਸੇ ਵਿਆਪਕ ਹੈ, ਇਹ ਕਿੰਨਾ ਵੱਡਾ ਕੋਈ ਨਹੀਂ ਜਾਣ ਸਕਦਾ। ਕਿੱਥੇ ਜਾ ਕੇ ਇਹ ਮੁੱਕਦਾ ਹੈ, ਇਹਦੇ ਬਾਰੇ ਕੋਈ ਨਹੀਂ ਜਾਣਦਾ। ਸੋ ਪਰਮਾਤਮਾ ਜਿਹੜਾ ਉਹ ਸਾਰੀਆਂ ਥਾਵਾਂ 'ਤੇ ਵਿਆਪਕ ਹੈ, ਲੱਖਾਂ ਆਕਾਸ਼ਾਂ ਨੂੰ ਸਾਜਣ ਵਾਲਾ, ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਵਾਹਿਗੁਰੂ ਪਰਮਾਤਮਾ ਬੇਅੰਤ ਹੈ। ਹੁਣ ਇਸ ਤੋਂ ਅੱਗੇ 19ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰੂ ਦੀ ਮਹਿਮਾ ਕੀਤੀ ਹੈ, ਗੁਰੂ ਦੀ ਵਡਿਆਈ ਕੀਤੀ ਹੈ। ਗੁਰਮੂਰਤ ਪੂਰਨ ਬ੍ਰਹਮ, ਘਟ ਘਟ ਅੰਦਰ ਸੂਰਜ ਸੁਝੈ। ਗੁਰਮੂਰਤ ਪੂਰਨ ਬ੍ਰਹਮ, ਗੁਰੂ ਸਾਹਿਬ ਜੀ ਪੂਰਨ ਬ੍ਰਹਮ ਦਾ ਸਵਰੂਪ ਹਨ। ਮੂਰਤ ਦਾ ਅਰਥ ਸਵਰੂਪ, ਗੁਰੂ ਪਰਮਾਤਮਾ ਦਾ ਸਵਰੂਪ ਹੈ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ। ਇਸ ਲਈ ਗੁਰੂ ਨੂੰ ਪਰਮਾਤਮਾ ਦਾ ਹੀ ਰੂਪ ਜਾਣੋ। ਘਟ ਘਟ ਅੰਦਰ ਸੂਰਜ ਸੁਝੈ। ਅਤੇ ਗੁਰੂ ਰੂਪ ਸੂਰਜ ਜਿਹੜਾ ਹੈ ਉਹ ਹਰੇਕ ਹਿਰਦੇ ਦੇ ਵਿੱਚ ਪ੍ਰਕਾਸ਼ ਰਿਹਾ ਹੈ। ਗੁਰੂ ਪਰਮਾਤਮਾ ਦਾ ਸਵਰੂਪ ਹੈ ਅਤੇ ਪਰਮਾਤਮਾ ਦੀ ਜੋਤ ਹਰੇਕ ਹਿਰਦੇ ਦੇ ਵਿੱਚ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰਿਆਂ ਹਿਰਦਿਆਂ ਦੇ ਵਿੱਚ ਉਹਦੀ ਜੋਤ ਪ੍ਰਕਾਸ਼ ਰਹੀ ਹੈ, ਸਾਰੇ ਬੋਲ ਰਹੇ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਘਟ ਘਟ ਦੇ ਵਿੱਚ ਗੁਰੂ ਸੂਰਜ ਪ੍ਰਕਾਸ਼ ਰਿਹਾ ਹੈ। ਗੁਰੂ ਸੂਰਜ ਦਾ ਚਾਨਣ ਹੈ, ਕਿਉਂਕਿ ਗੁਰੂ ਪਰਮਾਤਮਾ ਸਵਰੂਪ ਹੈ। ਸੂਰਜ ਕਵਲ ਪ੍ਰੀਤ ਹੈ, ਗੁਰਮੁਖ ਪ੍ਰੇਮ ਭਗਤ ਕਰ ਬੁਝੈ। ਹੁਣ ਇੱਥੇ ਗੁਰੂ ਨੂੰ ਸੂਰਜ ਕਿਹਾ ਹੈ, ਅਤੇ ਅਗਲੀ ਪੰਕਤੀ ਵਿੱਚ ਭਾਈ ਸਾਹਿਬ ਜੀ ਕਹਿੰਦੇ ਜਿਵੇਂ ਸੂਰਜ ਕਵਲ ਪ੍ਰੀਤ ਹੈ। ਕਵਲ ਫੁੱਲ ਜਿਹੜਾ ਨਾ, ਉਹਦੀ ਪ੍ਰੀਤੀ ਸੂਰਜ ਦੇ ਨਾਲ ਹੈ। ਜਦੋਂ ਸੂਰਜ ਚੜ੍ਹਦਾ ਹੈ, ਕਵਲ ਫੁੱਲ ਖਿੜ ਜਾਂਦਾ, ਉਹਦੀਆਂ ਪੰਖੜੀਆਂ ਖਿੜ ਜਾਂਦੀਆਂ, ਮੁਸਕਰਾਉਂਦਾ ਹੈ। ਸੂਰਜ ਕਵਲ ਪ੍ਰੀਤ ਹੈ, ਗੁਰਮੁਖ ਪ੍ਰੇਮ ਭਗਤ ਕਰ ਬੁਝੈ। ਇਸੇ ਤਰ੍ਹਾਂ ਗੁਰੂ ਰੂਪ ਸੂਰਜ ਦੇ ਨਾਲ ਗੁਰਮੁਖ ਪ੍ਰੇਮ ਕਰਦੇ ਹੈ। ਜਿਵੇਂ ਕੌਲ ਫੁੱਲ ਦੀ ਪ੍ਰੀਤ ਸੂਰਜ ਦੇ ਨਾਲ ਹੈ, ਗੁਰਮੁਖ ਜਿਹੜੇ ਹੈ ਉਹਨਾਂ ਦੀ ਪ੍ਰੀਤ ਗੁਰੂ ਦੇ ਨਾਲ ਹੈ। ਅਤੇ ਗੁਰੂ ਰਾਹੀਂ ਪ੍ਰੇਮਾ ਭਗਤੀ ਕਰਦੇ ਹੋਏ ਗੁਰਮੁਖ ਲੋਕ ਜਿਹੜੇ ਹੈ ਉਹ ਸਮਝਦੇ ਹੈ, ਗਿਆਨ ਨੂੰ ਪ੍ਰਾਪਤ ਕਰਦੇ ਹੈ। ਪਾਰ ਬ੍ਰਹਮ ਗੁਰ ਸ਼ਬਦ ਹੈ, ਨਿਜਰ ਧਾਰ ਵਰੈ ਗੁਣ ਬੁਝੈ। ਪਾਰ ਬ੍ਰਹਮ ਗੁਰ ਸ਼ਬਦ ਹੈ,
ਗੁਰੂ ਦਾ ਸ਼ਬਦ ਜਿਹੜਾ ਇਹ ਪਾਰ ਬ੍ਰਹਮ ਦਾ ਰੂਪ ਹੈ। ਸਤਿਗੁਰੂ ਦਾ ਸ਼ਬਦ, ਸਤਿਗੁਰੂ ਦੀ ਬਾਣੀ ਇਹ ਪਰਮੇਸ਼ਰ ਦਾ ਸਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ, ਬਾਣੀ ਕੀ ਹੈ? ਗੁਰੂ। ਗੁਰੂ ਹੈ ਬਾਣੀ ਤੇ ਗੁਰੂ ਬਾਣੀ ਰੂਪ ਹੈ। ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਪਾਵਨ ਸ਼ਬਦ ਇਹ ਵੱਖਰੇ ਨਹੀਂ। ਉਦੋਂ ਸਤਿਗੁਰੂ ਸਰੀਰ ਰੂਪ ਦੇ ਵਿੱਚ ਵਿਚਰ ਕੇ ਉਸ ਸਰੀਰ ਹਿਰਦੇ ਦੇ ਵਿੱਚ ਗੁਰੂ ਜੋਤ ਪ੍ਰਕਾਸ਼ਦੀ ਸੀ। ਅੱਜ ਉਹੀ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਕਾਸ਼ ਰਹੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਸ਼ਬਦ ਜਿਹੜਾ ਹੈ ਇਹ ਪਾਰ ਬ੍ਰਹਮ ਦਾ ਹੀ ਰੂਪ ਹੈ। ਗੁਰੂ ਦਾ ਸ਼ਬਦ ਪਾਰ ਬ੍ਰਹਮ ਦਾ ਰੂਪ ਹੈ। ਨਿਜਰ ਧਾਰ ਵਰੈ ਗੁਣ ਗੁੱਜੈ। ਗੁੱਜੇ ਤੋਂ ਭਾਵ ਗੂੜੇ ਗੁਣ, ਬਹੁਤ ਜ਼ਿਆਦਾ ਗੂੜੇ ਗੁਣਾਂ ਦੀ ਇੱਕ ਰਸ ਧਾਰ ਜਿਹੜੀ ਹੈ ਉਹ ਸ਼ਬਦ ਦੇ ਵਿੱਚੋਂ ਵਰੈ ਦਾ ਅਰਥ ਵਰਸਦੀ ਹੈ। ਜਿਵੇਂ ਕੋਈ ਤਰਲ ਪਦਾਰਥ ਹੁੰਦਾ ਨਾ, ਉਹਦੀ ਧਾਰ ਹੇਠਾਂ ਜ਼ਮੀਨ 'ਤੇ ਡਿੱਗਦੀ ਹੈ, ਇਸੇ ਤਰ੍ਹਾਂ ਜਿਹੜਾ ਗੁਰ ਸ਼ਬਦ ਹੈ ਨਾ, ਇਹਦੇ ਵਿੱਚੋਂ ਗੂੜੇ ਗੁਣਾਂ ਦੀ ਇੱਕ ਰਸ ਧਾਰ ਵਰਸਦੀ ਰਹਿੰਦੀ ਹੈ। ਹੁਣ ਇਸ ਧਾਰਾ ਦੇ ਵਿੱਚ ਗੁਰਮੁਖ ਲੋਕ ਜਿਹੜੇ ਉਹ ਇਸ਼ਨਾਨ ਕਰਦੇ ਹੈ। ਜਿਵੇਂ ਉੱਚੀ ਟੂਟੀ ਲੱਗੀ ਹੁੰਦੀ ਆਪਾਂ ਛੱਡ ਕੇ ਸ਼ਾਵਰ ਲੈਂਦੇ ਹਾਂ, ਬੰਦਾ ਇਸ਼ਨਾਨ ਕਰਦਾ। ਇਸੇ ਤਰ੍ਹਾਂ ਗੁਰੂ ਸ਼ਬਦ ਦੇ ਵਿੱਚੋਂ ਗੂੜੇ ਗੁਣਾਂ ਦੀ ਧਾਰ ਵਰਸਦੀ ਹੈ ਤੇ ਗੁਰਮੁਖ ਇਹਦੇ ਵਿੱਚ ਇਸ਼ਨਾਨ ਕਰਦੇ ਹੈ। ਕਿਰਖ ਬਿਰਖ ਹੋਏ ਸਫਲ ਫਲ, ਚੰਦਨ ਵਾਸ ਨਿਵਾਸ ਨਾ ਖੁਜੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਭਾਈ ਗੁਰਦਾਸ ਦੀਆਂ ਵਾਰਾਂ ਛਪੀਆਂ, ਉੱਥੇ ਪਾਠ ਚੰਨਣ ਹੈ, ਚੰਨਣ। ਔਰ ਚੰਦਨ ਵੀ ਇੱਥੇ ਗਿਆਨੀ ਹਜ਼ਾਰਾ ਸਿੰਘ ਵਾਲੇ ਟੀਕੇ ਵਿੱਚ ਜ਼ਿਕਰ ਹੈ। ਅਰਥ ਭਾਵ ਇੱਕੋ ਹੀ ਹੈ। ਇਹ ਬੇਨਤੀ ਵਿਦਿਆਰਥੀਆਂ ਵਾਸਤੇ ਹੁੰਦੀ ਹੈ ਖਾਸ ਕਰਕੇ। ਕਿਰਖ ਬਿਰਖ ਹੋਏ ਸਫਲ ਫਲ, ਚੰਦਨ ਵਾਸ ਨਿਵਾਸ ਨਾ ਖੁਜੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਰਖ ਜਿਹੜੀ ਖੇਤੀ ਹੈ, ਵੱਖ-ਵੱਖ ਫਸਲਾਂ ਹਨ, ਉਹ ਫਲਾਂ ਦੇ ਸਹਿਤ ਹੋ ਜਾਂਦੀਆਂ ਨੇ ਤੇ ਜਿਹੜੇ ਬਿਰਖ ਹੁੰਦੇ ਆ, ਰੁੱਖ ਹੁੰਦੇ ਆ, ਉਹ ਵੀ ਫਲਦੇ ਹੈ। ਚੰਦਨ ਵਾਸ ਨਿਵਾਸ ਨਾ ਖੁਜੈ। ਤੇ ਜਿਵੇਂ ਚੰਦਨ ਦੀ ਵਾਸਨਾ ਸੁਗੰਧੀ ਜਿਹੜੀ ਹੈ ਉਹ ਚੰਦਨ ਦੇ ਵਿੱਚ ਤੇ ਚੰਦਨ ਦੇ ਜਿਹੜੇ ਨੇੜੇ ਰਹਿਣ ਵਾਲੀ ਬਨਸਪਤੀ ਹੈ ਉਹਦੇ ਵਿੱਚ ਨਿਵਾਸ ਕਰਦੀ ਹੈ, ਇਸੇ ਤਰ੍ਹਾਂ ਗੁਰ ਸ਼ਬਦ ਦੇ ਵਿੱਚੋਂ ਜਦੋਂ ਗੁੱਝੇ ਗੁਣਾਂ ਦੀ ਧਾਰਾ ਵਰਸਦੀ ਹੈ ਤਾਂ ਫਿਰ ਜਿਵੇਂ ਖੇਤੀਆਂ ਪਾਣੀ ਲਾਇਆ ਹਰੀਆਂ ਭਰੀਆਂ ਰਹਿੰਦੀਆਂ, ਸਮਾਂ ਆਉਣ 'ਤੇ ਉਹ ਸਫਲ ਹੁੰਦੀਆਂ ਨੇ, ਫਲ ਲੱਗਦਾ ਹੈ, ਰੁੱਖਾਂ ਨੂੰ ਫਲ ਲੱਗਦੇ ਹੈ। ਇਸੇ ਤਰ੍ਹਾਂ ਗੁਰ ਸ਼ਬਦ ਤੋਂ ਅੰਮ੍ਰਿਤ ਜਲ ਪ੍ਰਾਪਤ ਕਰਕੇ ਜਿਹੜੇ ਗੁਰਮੁਖ ਨੇ ਨਾ ਉਹ ਸਹਿਤ ਫਲਾਂ ਦੇ ਹੋ ਜਾਂਦੇ ਹੈ। ਜਿਵੇਂ ਚੰਦਨ ਦੇ ਵਿੱਚ ਸੁਗੰਧੀ ਵਾਸ ਕਰਦੀ ਹੈ, ਗੁਰਮੁਖਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਪ੍ਰੇਮਾ ਭਗਤੀ ਦੀ ਸੁਗੰਧੀ ਨਿਵਾਸ ਕਰਦੀ ਹੈ, ਨਾ ਖੁੱਜੈ। ਤੇ ਉਹ ਗੁਰਮੁਖ ਪਿਆਰੇ ਜਿਹੜੇ ਹੈ ਭਗਤੀ ਦੀ ਸੁਗੰਧੀ ਦੇ ਨਾਲ ਹੋਰਾਂ ਨੂੰ ਮਹਿਕਾ ਦਿੰਦੇ ਹੈ। ਚੰਦਨ ਵਾਸ ਨਿਵਾਸ ਨਾ ਖੁੱਜੈ, ਤੇ ਇਹਦੇ ਤੋਂ ਉਹ ਖੁੰਝਦੇ ਨਹੀਂ। ਇਹ ਜਿਹੜੀ ਭਗਤੀ ਦੀ ਸੁਗੰਧੀ ਹੈ ਨਾ, ਇਸ ਨੂੰ ਪ੍ਰਾਪਤ ਕਰਦੇ ਹੈ ਤੇ ਹੋਰਾਂ ਨੂੰ ਵੀ ਇਹ ਸੁਗੰਧੀ ਬਖਸ਼ਦੇ ਰਹਿੰਦੇ ਹੈ। ਅਫਲ ਸਫਲ ਸਮਦਰਸ ਹੋਏ, ਮੋਹ ਨਾ ਧੋਹ ਨਾ ਦੁਬਿਧਾ ਲੁੱਜੈ। ਅਫਲ ਕਹਿੰਦੇ ਆ ਜਿਨ੍ਹਾਂ ਨੂੰ ਕੋਈ ਫਲ ਨਹੀਂ ਲੱਗਦਾ। ਕਈ ਰੁੱਖ ਹੁੰਦੇ ਆ ਕੋਈ ਫਲ ਨਹੀਂ ਲੱਗਦਾ। ਸਫਲ ਜਿਹੜੇ ਸਹਿਤ ਫਲਦੇ ਨੇ। ਅਫਲ ਸਫਲ ਸਮਦਰਸ ਹੋਏ, ਗੁਰਮੁਖਾਂ ਦੀ ਨਜ਼ਰ ਦੇ ਵਿੱਚ ਅਫਲ ਸਫਲ ਸਾਰੇ ਸਮਦਰਸ ਦਾ ਅਰਥ ਬਰਾਬਰ ਹਨ। ਭਾਵ ਉਹਨਾਂ ਦੇ ਕੋਲ ਕੋਈ ਗੁਣਾਂ ਵਾਲਾ ਵਿਅਕਤੀ ਆਉਂਦਾ ਹੈ ਤੇ ਕਿਸੇ ਕੋਲ ਗੁਣ ਨਹੀਂ, ਉਹ ਵਿਅਕਤੀ ਆਉਂਦਾ ਹੈ, ਇੱਕੋ ਨਜ਼ਰ ਦੇ ਨਾਲ ਤੱਕਦੇ ਹੈ।
ਅਫਲ ਸਫਲ ਸਮਦਰਸ ਹੋਏ, ਮੋਹ ਨਾ ਧੋਹ ਨਾ ਦੁਬਦਾ ਲੁੱਝੈ। ਤੇ ਗੁਰਮੁਖਾਂ ਦੇ ਮਨ ਦੇ ਵਿੱਚ ਮੋਹ ਦੀ ਧੂ ਨਹੀਂ ਪੈਂਦੀ, ਭਾਵ ਉਹਨਾਂ ਦੇ ਅੰਦਰ ਮੋਹ ਪ੍ਰਬਲ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਦੁਬਦਾ ਦੇ ਵਿੱਚ ਉਹ ਕਦੇ ਵੀ ਗੁਰਮੁਖ ਜਿਹੜੇ ਹੈ ਉਹ ਖੁਆਰ ਨਹੀਂ ਹੁੰਦੇ। ਅਥਵਾ ਨਾ ਦੁਬਦਾ ਲੁੱਝੈ, ਲੁੱਝੈ ਦਾ ਅਰਥ ਹੁੰਦਾ ਸਾੜਨਾ। ਜਿਹੜੀ ਦੁਬਦਾ ਹੈ ਨਾ ਉਹ ਉਹਨਾਂ ਨੂੰ ਅੰਦਰੋਂ ਸਾੜਦੀ ਨਹੀਂ। ਗੁਰਮੁਖ ਪਿਆਰੇ ਮੋਹ ਨਾ ਧੋਹ, ਦੂਜਾ ਅਰਥ ਇਹ ਬਣਦਾ ਹੈ ਤੇ ਜਿਹੜੇ ਗੁਰਮੁਖ ਨੇ ਨਾ ਉਹਨਾਂ ਦੇ ਅੰਦਰ ਮੋਹ ਹੈ ਤੇ ਨਾ ਹੀ ਕੋਈ ਉਹਨਾਂ ਨੂੰ ਉਹਨਾਂ ਦੇ ਨਾਲ ਕੋਈ ਧੋਖਾ ਕਰ ਸਕਦਾ, ਨਾ ਕੋਈ ਉਹਨਾਂ ਨੂੰ ਛਲ ਸਕਦਾ ਹੈ। ਛਲ ਕਪਟ ਗੁਰਮੁਖਾਂ ਦੇ ਨਾਲ ਨਹੀਂ ਚੱਲਦਾ ਤੇ ਨਾ ਹੀ ਦੁਬਦਾ ਉਹਨਾਂ ਨੂੰ ਸਾੜਦੀ ਹੈ। ਸਮ ਦ੍ਰਿਸ਼ਟੀ ਹੁੰਦੀ ਹੈ, ਉਹ ਇੱਕ ਨਜ਼ਰ ਦੇ ਨਾਲ ਸਾਰਿਆਂ ਨੂੰ ਤੱਕਦੇ ਹੈ। ਗੁਰਮੁਖ ਸੁਖ ਫਲ ਬਿਰਮ ਰਸ, ਜੀਵਨ ਮੁਕਤ ਭਗਤ ਕਰ ਦੂਜੈ। ਗੁਰਮੁਖਾਂ ਨੂੰ ਸੁਖ ਦਾ ਫਲ ਪ੍ਰੇਮ ਰਸ ਪ੍ਰਾਪਤ ਹੁੰਦਾ ਹੈ, ਜੀਵਨ ਮੁਕਤ ਹੁੰਦੇ ਨੇ ਗੁਰਮੁਖ ਪਿਆਰੇ। ਉਹ ਜਿਉਂਦੇ ਮੁਕਤ ਹੁੰਦੇ ਹੈ, ਕਿਸੇ ਬੰਧਨ ਦੇ ਵਿੱਚ ਨਹੀਂ ਹੁੰਦੇ, ਕੋਈ ਪਦਾਰਥਾਂ ਦੀ ਪਕੜ ਨਹੀਂ, ਮੋਹ ਦੇ ਵਿੱਚ ਨਹੀਂ ਪਏ ਹੋਏ, ਪਦਾਰਥਾਂ ਦੇ ਨਾਲ ਉਹਨਾਂ ਦਾ ਲਗਾਵ ਨਹੀਂ ਹੁੰਦਾ। ਉਹ ਜੀਵਨ ਮੁਕਤ ਨੇ। ਭਗਤ ਕਰ ਦੂਜੈ, ਤੇ ਪਰਮਾਤਮਾ ਦੀ ਭਗਤੀ ਕਰਕੇ ਉਹ ਭਗਤੀ ਦੇ ਪ੍ਰੇਮ ਰਸ ਨੂੰ ਆਪਣੇ ਅੰਦਰ ਹਿਰਦੇ ਦੇ ਵਿੱਚ ਗੁਰਮੁਖ ਪਿਆਰਾ ਚੋ ਲੈਂਦਾ ਹੈ। ਉਹ ਰਸ ਨੂੰ ਪ੍ਰਾਪਤ ਕਰਕੇ ਉਸ ਰਸ ਦਾ ਆਨੰਦ ਮਾਣਦਾ ਹੈ। ਸਾਧ ਸੰਗਤ ਮਿਲ ਸਹਿਜ ਸਮੁੱਝੈ, ਤੇ ਸਾਧ ਸੰਗਤ ਦੇ ਨਾਲ ਮਿਲ ਕੇ ਸਹਿਜ ਪਦ ਦੇ ਵਿੱਚ ਸਮੁੱਝੈ ਦਾ ਅਰਥ ਉਹ ਸਮਾ ਜਾਂਦਾ, ਲੀਨ ਹੋ ਜਾਂਦਾ ਹੈ। ਅਥਵਾ ਸਾਧ ਸੰਗਤ ਦੇ ਵਿੱਚੋਂ ਗੁਰੂ ਸ਼ਬਦ ਨੂੰ ਸਮੁੱਝੈ ਸਮਝ ਕੇ ਤੇ ਸਹਿਜ ਪਦ ਸਹਿਜ ਅਵਸਥਾ ਦੇ ਵਿੱਚ ਗੁਰਮੁਖ ਪਿਆਰਾ ਲੀਨ ਹੋ ਜਾਂਦਾ ਹੈ। ਇਸ ਤੋਂ ਅਗਲੀ 20ਵੀਂ ਪੌੜੀ ਇਹ 7ਵੀਂ ਵਾਰ ਦੀ ਅਖੀਰਵੀਂ ਪੌੜੀ ਹੈ। ਭਾਈ ਗੁਰਦਾਸ ਸਾਹਿਬ ਜੀ ਗੁਰ ਸ਼ਬਦ ਦੀ ਮਹਿਮਾ ਹੁਣ ਕਥਨ ਕਰਦੇ ਹੈ। ਸ਼ਬਦ ਗੁਰੂ ਗੁਰ ਜਾਣੀਐ, ਗੁਰਮੁਖ ਹੋਏ ਸੁਰਤ ਧੁਨ ਚੇਲਾ। ਗੁਰੂ ਦਾ ਸ਼ਬਦ ਗੁਰੂ ਰੂਪ ਜਾਣੋ। ਸ਼ਬਦ ਗੁਰੂ ਗੁਰ ਜਾਣੀਐ, ਗੁਰੂ ਦਾ ਜਿਹੜਾ ਸ਼ਬਦ ਹੈ, ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਸ਼ਬਦ ਨੂੰ ਗੁਰੂ ਜਾਣੋ। ਗੁਰੂ ਰੂਪ ਹੈ ਗੁਰੂ ਦਾ ਸ਼ਬਦ। ਗੁਰਮੁਖ ਹੋਏ ਸੁਰਤ ਧੁਨ ਚੇਲਾ, ਜਿਹੜਾ ਗੁਰਮੁਖ ਹੁੰਦਾ ਹੈ ਉਹ ਸ਼ਬਦ ਦੀ ਸੁਰਤ ਦੇ ਵਿੱਚ ਧੁਨ ਲਾਉਂਦਾ ਹੈ ਤੇ ਉਹ ਫਿਰ ਚੇਲਾ ਬਣਦਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਹੈ ਤੇ ਸਿੱਖ ਦੀ ਜਿਹੜੀ ਸੁਰਤ ਹੈ ਨਾ ਉਹ ਸ਼ਬਦ ਵਿੱਚ ਜੁੜੀ ਹੋਈ ਸੁਰਤ ਜਿਹੜੀ ਹੈ ਉਹ ਚੇਲਾ ਹੈ। ਗੁਰੂ ਕੀ ਹੈ? ਸ਼ਬਦ, ਤੇ ਸਾਡੀ ਸੁਰਤ ਕੀ ਹੈ? ਇਹ ਚੇਲਾ ਹੈ। ਸੋ ਸ਼ਬਦ ਜਿਹੜਾ ਹੈ ਨਾ ਗੁਰੂ ਦਾ, ਉਹਦੀ ਅਥਵਾ ਉਹਦੀ ਧੁਨੀ ਦੇ ਵਿੱਚ, ਸ਼ਬਦ ਦੀ ਧੁਨ ਦੇ ਵਿੱਚ ਜਿਹੜਾ ਆਪਣੀ ਸੁਰਤ ਨੂੰ ਜੋੜਦਾ ਹੈ ਉਹਦੀ ਸੁਰਤ ਫਿਰ ਚੇਲਾ ਬਣ ਜਾਂਦੀ ਹੈ। ਸਾਧ ਸੰਗਤ ਸੱਚਖੰਡ ਵਿੱਚ, ਪ੍ਰੇਮ ਭਗਤ ਪਰਚੈ ਹੋਏ ਮੇਲਾ। ਗੁਰਮੁਖ ਕੀ ਕਰਦੇ ਹੈ? ਸਾਧ ਸੰਗਤ ਰੂਪੀ ਸੱਚਖੰਡ ਦੇ ਵਿੱਚ ਬੈਠ ਕੇ, ਸਾਧ ਸੰਗਤ ਰੂਪੀ ਸੱਚਖੰਡ ਦੇ ਵਿੱਚ ਟਿਕ ਕਰਕੇ ਪ੍ਰੇਮਾ ਭਗਤੀ ਦੇ ਵਿੱਚ ਗੁਰਮੁਖ ਪਰਚਦਾ ਹੈ, ਜਿਸ ਕਰਕੇ ਹੋਏ ਮੇਲਾ, ਤੇ ਉਹਦਾ ਪਰਮਾਤਮਾ ਨਾਲ ਮੇਲਾ ਮਿਲਾਪ ਹੋ ਜਾਂਦਾ ਹੈ। ਸੰਗਤ ਵਿੱਚ ਬੈਠਦਾ ਹੈ, ਇਹ ਸੱਚਖੰਡ ਹੈ। ਸ਼ਬਦ ਦੇ ਨਾਲ ਪ੍ਰੇਮਾ ਭਗਤੀ ਕਰਦਾ ਹੋਇਆ ਜੁੜਦਾ ਹੈ ਤੇ ਮਾਲਕ ਦੇ ਨਾਲ ਉਹਦਾ ਮਿਲਾਪ ਹੋ ਜਾਂਦਾ। ਇਸ ਤਰ੍ਹਾਂ ਗੁਰੂ ਚੇਲੇ ਦਾ ਮਿਲਾਪ ਹੁੰਦਾ ਹੈ। ਸਾਧ ਸੰਗਤ ਵਿੱਚ ਬੈਠ ਕੇ ਸ਼ਬਦ ਦੇ ਵਿੱਚ ਜੋ ਆਪਣੀ ਸੁਰਤ ਜੋੜੀ ਹੈ, ਇਹ ਗੁਰੂ ਤੇ ਚੇਲੇ ਦਾ ਮੇਲਾ ਮਿਲਾਪ ਹੋ ਜਾਂਦਾ ਹੈ। ਗਿਆਨ ਧਿਆਨ ਸਿਮਰਨ ਜੁਗਤ, ਕੂੰਜ ਕੁਰਮ ਹੰਸ ਵੰਸ ਨਵੇਲਾ। ਗਿਆਨ ਧਿਆਨ ਤੇ ਸਿਮਰਨ ਦੀ ਜਿਹੜੀ ਜੁਗਤ ਹੈ, ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਦੀ ਕੂੰਜ ਵਰਗੀ, ਕੁਰਮ ਕੱਛੂ ਵਰਗੀ ਤੇ ਹੰਸ ਵਰਗੀ ਹੈ। ਇਹ ਤਿੰਨ
ਸ਼ਬਦ ਭਾਈ ਸਾਹਿਬ ਨੇ ਕਹੇ ਹੈ, ਕੂੰਜ ਕੁਰਮ ਤੇ ਹੰਸ। ਜਿਹੜੀ ਕੂੰਜ ਹੈ ਨਾ, ਉਹਦਾ ਜਿਹੜਾ ਚੇਤਾ ਹੈ, ਸਿਮਰਨ ਹੈ, ਉਹ ਪ੍ਰਬਲਤਾ ਵਾਲਾ ਹੈ। ਅਸੀਂ ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ, ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਦੂਰ ਉੱਡ ਜਾਂਦੀਆਂ ਨੇ ਆਪਣੇ ਬੱਚਿਆਂ ਤੋਂ ਕੂੰਜਾਂ, ਪਰ ਉਹਨਾਂ ਦਾ ਚੇਤਾ, ਉਹ ਸਿਮਰਨ ਕਰਦੀਆਂ ਆਪਣੇ ਬੱਚਿਆਂ ਦਾ, ਬੱਚਿਆਂ ਨੂੰ ਚੇਤੇ ਰੱਖਦੀਆਂ ਨੇ। ਜੋ ਕੁਝ ਉਹ ਖਾਂਦੀਆਂ ਨੇ, ਚੇਤੇ ਰਾਹੀਂ ਉਹ ਐਨਰਜੀ ਉਹਨਾਂ ਦੇ ਬੱਚਿਆਂ ਕੋਲ ਪੁੱਜਦੀ ਹੈ, ਉਹ ਜਿਉਂਦੇ ਰਹਿੰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਵੇਂ ਕੂੰਜ ਦਾ ਸਿਮਰਨ ਚੇਤਾ ਹੈ ਨਾ, ਇਸੇ ਤਰ੍ਹਾਂ ਗੁਰਮੁਖ ਜਿਹੜਾ ਹੈ, ਉਹਦਾ ਚੇਤਾ ਕੂੰਜ ਵਰਗਾ ਹੈ, ਪ੍ਰਬਲ ਹੈ, ਬਲ ਵਾਲਾ ਹੈ। ਕੁਰਮ ਕੱਛੂ, ਉਹਦੇ ਆਂਡੇ ਬਾਹਰ ਹੁੰਦੇ ਹੈ, ਆਪ ਕੱਛੂ ਪਾਣੀ 'ਚ ਹੁੰਦੀ ਹੈ, ਅਤੇ ਉਹਦਾ ਧਿਆਨ ਹੁੰਦਾ ਉਹਨਾਂ ਆਂਡਿਆਂ 'ਚ। ਧਿਆਨ ਦੇ ਨਾਲ ਉਹ ਆਂਡੇ ਪੱਕਦੇ ਹੈ, ਬੱਚਾ ਪੈਦਾ ਹੁੰਦਾ ਹੈ, ਉਹਨਾਂ ਦੇ ਵਿੱਚੋਂ ਬੱਚਾ ਨਿਕਲਦਾ ਹੈ। ਕੂਰਮ ਕੱਛੂ ਵਰਗਾ ਧਿਆਨ ਹੈ ਗੁਰ ਸ਼ਬਦ ਦੇ ਵਿੱਚ, ਗੁਰਮੁਖ ਦਾ। ਤੀਜਾ ਹੈ ਹੰਸ। ਜਿਹੜਾ ਹੰਸ ਹੈ, ਉਹ ਦੁੱਧ ਅਤੇ ਪਾਣੀ ਨੂੰ ਨਿਤਾਰ ਦਿੰਦਾ, ਵੱਖਰਾ ਕਰ ਦਿੰਦਾ ਹੈ। ਇਸੇ ਤਰ੍ਹਾਂ ਗੁਰਮੁਖ ਸੱਚ ਅਤੇ ਝੂਠ ਨੂੰ ਵੱਖੋ ਵੱਖਰਾ ਕਰ ਦਿੰਦੇ ਹੈ। ਝੂਠ ਨੂੰ ਛੱਡ ਦਿੰਦੇ ਹੈ, ਸੱਚ ਨੂੰ ਧਾਰਨ ਕਰ ਲੈਂਦੇ ਹੈ। ਸੋ ਗਿਆਨ ਧਿਆਨ ਸਿਮਰਨ ਜੁਗਤ, ਕੂੰਜ ਕੁਰਮ ਹੰਸ ਵੰਸ ਨਵੇਲਾ। ਸੋ ਇਹ ਤਿੰਨ ਗੱਲਾਂ ਦੇ ਵਿੱਚ ਗੁਰਮੁਖ ਪਿਆਰੇ ਗਿਆਨ ਧਿਆਨ ਅਤੇ ਸਿਮਰਨ ਦੀ ਜੁਗਤੀ ਦੇ ਵਿੱਚ, ਕੂੰਜ ਕੱਛੂ ਅਤੇ ਹੰਸਾਂ ਦੀ ਵੰਸ ਜਿਵੇਂ ਨਵੀਨ ਹੈ, ਨਵੀਂ ਹੈ, ਗਿਆਨ ਧਿਆਨ ਅਤੇ ਸਿਮਰਨ ਦੇ ਵਿੱਚ ਗੁਰਮੁਖ ਪਿਆਰੇ ਪੂਰੇ ਖਰੇ ਹੁੰਦੇ ਹੈ। ਗਿਆਨ ਵੀ ਹੈ, ਧਿਆਨ ਵੀ ਹੈ, ਸਿਮਰਨ ਵੀ ਹੈ। ਬਿਰਖਾਂ ਫਲ ਫਲ ਤੇ ਬਿਰਖ, ਗੁਰ ਸਿੱਖ ਸਿੱਖ ਗੁਰਮੰਤ ਸੁਹੇਲਾ। ਭਾਈ ਸਾਹਿਬ ਜੀ ਕਹਿੰਦੇ, ਵੇਖੋ ਦਰਖਤਾਂ ਵੱਲ ਵੇਖੋ। ਕਹਿੰਦੇ ਜਿਵੇਂ ਰੁੱਖ ਤੋਂ ਫਲ ਅਤੇ ਫਲ ਤੋਂ ਫੇਰ ਰੁੱਖ ਹੁੰਦਾ ਹੈ। ਰੁੱਖ ਤੋਂ ਫਲ, ਫਲ ਦੇ ਵਿੱਚ ਬੀਜ ਹੁੰਦਾ ਹੈ, ਉਹ ਬੀਜ ਉਹਦੇ ਵਿੱਚੋਂ ਫਿਰ ਰੁੱਖ ਬਣਦਾ ਹੈ। ਜਿਵੇਂ ਰੁੱਖ ਤੋਂ ਫਲ ਅਤੇ ਫਲ ਤੋਂ ਫੇਰ ਰੁੱਖ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਤੋਂ ਸਿੱਖ ਅਤੇ ਸਿੱਖ ਤੋਂ ਗੁਰੂ ਸੁਖਦਾਇਕ ਗੁਰੂ ਦੇ ਮੰਤਰ ਦੁਆਰਾ ਬਣਦਾ ਹੈ। ਗੁਰੂ ਤੋਂ ਸਿੱਖ ਅਤੇ ਸਿੱਖ ਤੋਂ ਗੁਰੂ, ਰੁੱਖ ਤੋਂ ਫਲ, ਫਲ ਤੋਂ ਫੇਰ ਰੁੱਖ। ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ, ਅਤੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਮੰਤਰ, ਗੁਰੂ ਦੀ ਸਿੱਖਿਆ ਧਾਰਨ ਕੀਤੀ, ਕਮਾਈ ਕੀਤੀ, ਸਿੱਖ ਬਣ ਗਏ, ਅਤੇ ਸਿੱਖ ਤੋਂ ਫਿਰ ਗੁਰੂ ਬਣ ਗਏ। ਰੁੱਖ ਤੋਂ ਫਲ, ਫਲ ਤੋਂ ਰੁੱਖ, ਇਸੇ ਤਰ੍ਹਾਂ ਗੁਰੂ ਤੋਂ ਸਿੱਖ ਅਤੇ ਸਿੱਖ ਤੋਂ ਗੁਰੂ ਬਣਦਾ ਹੈ। ਗੁਰਮੰਤ ਸੁਹੇਲਾ, ਗੁਰੂ ਦਾ ਜੋ ਸੁਖਦਾਇਕ ਮੰਤਰ ਹੈ, ਇਹਦੀ ਕਮਾਈ ਕਰਕੇ। ਵੀਹਾ ਅੰਦਰ ਵਰਤਮਾਨ ਹੋਏ, 21 ਅਗੋਚਰ ਖੇਲਾ। 20 ਅਤੇ 21, 20 ਇਸ ਸੰਸਾਰ ਨੂੰ ਕਿਹਾ ਹੈ, ਅਤੇ 21 ਈਸ਼ਵਰ ਨੂੰ, ਪਰਮਾਤਮਾ ਨੂੰ ਕਿਹਾ ਹੈ। ਵੀਹਾ ਅੰਦਰ ਵਰਤਮਾਨ, ਇਸ ਸੰਸਾਰ ਦੇ ਵਿੱਚ ਗੁਰਮੁਖ ਪਿਆਰਾ ਵਰਤਦਾ ਹੋਇਆ, ਰਹਿੰਦਾ ਹੋਇਆ, ਆਪਣੇ ਕੰਮ ਕਾਰ ਧੰਦੇ ਕਰਦਾ ਹੋਇਆ, ਹੋਏ 21 ਅਗੋਚਰ ਖੇਲਾ। ਜੋ 21 ਪਰਮੇਸ਼ਰ ਹੈ ਨਾ, ਉਹਦੇ ਵਿੱਚ ਸੁਰਤ ਨੂੰ ਜੋੜ ਕੇ ਅਤੇ ਸਹਿਜ ਪਦ ਵਿੱਚ ਪਹੁੰਚ ਕੇ ਸਦਾ ਹੀ ਉਹ ਖੇਲਾ ਖੇਡਦਾ ਰਹਿੰਦਾ ਹੈ। ਅਤੇ ਉਹ ਪਦਵੀ ਜਿਹੜੀ ਅਗੋਚਰ ਹੈ, ਜਿਹੜੀ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਉਸ ਪਦਵੀ ਵਿੱਚ ਪਹੁੰਚ ਕੇ ਉਹ ਖੇਡਦਾ ਹੈ। ਆਦਿ ਪੁਰਖ ਆਦੇਸ ਕਰ, ਆਦਿ ਪੁਰਖ ਆਦੇਸ ਵਹੇਲਾ। ਆਦਿ ਪੁਰਖ ਜੋ ਪਰਮਾਤਮਾ ਹੈ, ਗੁਰਮੁਖ ਪਿਆਰਾ ਸਦਾ ਹੀ ਉਸ ਨੂੰ ਆਦੇਸ਼ ਕਰ, ਨਮਸਕਾਰ ਕਰਦਾ ਹੈ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਦਾ ਪਰਮਾਤਮਾ ਨੂੰ ਨਮਸਕਾਰ ਕਰਦਾ ਹੈ। ਆਦਿ ਪੁਰਖ ਆਦੇਸ਼ ਵਹੇਲਾ, ਆਦੇਸ਼ ਜਿਹੜਾ ਸਾਰੇ ਦੇਸ਼ਾਂ ਦੇ ਵਿੱਚ ਆਇਆ ਹੋਇਆ ਪਰਮਾਤਮਾ ਆਦਿ ਪੁਰਖ ਹੈ। ਸਦਾ ਹੀ ਗੁਰਮੁਖ ਪਿਆਰਾ
ਉਹਦੇ ਵਿੱਚ ਵਹੇਲਾ ਦਾ ਅਰਥ ਮਿਲਿਆ ਰਹਿੰਦਾ ਹੈ। ਸਿਫਤ ਸਲਾਹਣ ਅੰਮ੍ਰਿਤ ਵੇਲਾ, ਗੁਰਮੁਖ ਪਿਆਰਾ ਅੰਮ੍ਰਿਤ ਵੇਲੇ ਵਾਹਿਗੁਰੂ ਦੀਆਂ ਸਿਫਤਾਂ ਦੇ ਵਿੱਚ ਜੁੜ ਜਾਂਦਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਪਰਮਾਤਮਾ ਦਾ ਸੱਚਾ ਨਾਮ ਜਪਦਾ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਦਾ ਹੈ। ਅੰਮ੍ਰਿਤ ਵੇਲੇ ਜੋ ਵਾਹਿਗੁਰੂ ਦੀ ਕੀਰਤੀ ਕਰਨੀ ਹੈ, ਇਹ ਉਸ ਦੀ ਸਿਫਤ ਹੈ। ਗੁਰਮੁਖ ਦੀ ਸਿਫਤ ਕੀ ਹੈ? ਗੁਰਮੁਖ ਦੇ ਵਿੱਚ ਸਿਫਤਾਂ ਬਹੁਤ ਨੇ, ਪਰ ਸਭ ਤੋਂ ਵੱਡੀ ਗੁਰਮੁਖ ਦੀ ਸਿਫਤ ਇਹ ਹੈ, ਸਿਫਤ ਸਲਾਹਣ ਅੰਮ੍ਰਿਤ ਵੇਲਾ। ਉਹ ਅੰਮ੍ਰਿਤ ਵੇਲੇ ਰੱਬ ਨੂੰ ਸਲਾਹੁੰਦਾ, ਪਰਮਾਤਮਾ ਦੇ ਗੁਣ ਗਾਉਂਦਾ, ਉਹਦੀਆਂ ਵਡਿਆਈਆਂ ਕਰਦਾ, ਗੁਰ ਸ਼ਬਦ ਦੇ ਨਾਲ ਜੁੜਦਾ ਹੈ। ਇਹੀ ਗੁਰਮੁਖ ਦੀ ਸਭ ਤੋਂ ਵੱਡੀ ਸਿਫਤ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਰਹਿਮਤ ਕਰਕੇ ਇਹਨਾਂ ਪੌੜੀਆਂ ਰਾਹੀਂ ਗੁਰਮੁਖ ਦੀ ਅਵਸਥਾ ਦੱਸੀ, ਨਾਲੇ ਗੁਰੂ ਦੀ ਮਹਿਮਾ ਕੀਤੀ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਆਦਿ ਪੁਰਖ ਆਦੇਸ ਕਰ, ਆਦਿ ਪੁਰਖ ਆਦੇਸ ਵਹੇਲਾ, ਸਿਫਤ ਸਲਾਹਣ ਅੰਮ੍ਰਿਤ ਵੇਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਰੇ ਗਤ ਮਿਤ